ले लो ग्रांटा ले लो। फोटो 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 ਤੁਹਾਡੇ ਲਈ ਤਾਂ ਆਇਆ ਇਹ ਗਰਾਂਟਾ ਹੈ ਚੱਕ ਤੁਹਾਡੇ ਲਈ ਤਾਂ ਆਇਆ ਲਗਭਗ 50% ਇਹਨਾਂ ਲਿਸਟਾਂ ਦੇ ਬੰਦਿਆਂ ਨੂੰ ਮੈਂ ਪਹਿਚਾਣਦਾ ਮੈਂ ਜਾਣਦਾ ਵਾਂ ਔਰ ਹੈਰਾਨੀ ਹੋਈ ਕਿ ਜੇ ਇੱਕੋ ਘਰ ਦੇ ਵਿੱਚ ਸਿਰਫ ਇੱਕ ਚੱਕ ਨਹੀਂ ਜਿਹਨਾਂ ਦਾ 3-3 ਮੰਜ਼ਿਲਾ ਮਕਾਨ ਹੈ ਕਰੋੜਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੇ ਕੀ ਇੱਕ ਚੱਕ ਨਹੀਂ ਕਈਆਂ ਨੂੰ ਇੱਕੋ ਘਰ 'ਚ 2 ਚੱਕ 3 ਚੱਕ ਵੀ ਦਿੱਤੇ ਗਏ ਆ ਔਰ ਹੈਰਾਨ ਆ ਕਿ ਜੇ ਉਹਦਾ ਨਾਮ ਵਾਰਡ ਨੰਬਰ 93 ਦੀ ਲਿਸਟ 'ਚ ਪਾਤਾ ਗਿਆ ਤਾਂ ਵਾਈਫ ਦਾ ਨਾਮ ਵਾਰਡ ਨੰਬਰ 92 ਦੀ ਲਿਸਟ 'ਚ ਪਾਤਾ ਗਿਆ ਤਾਂ ਕਿਸੇ ਦਾ 91 ਕਿਸੇ ਦਾ 79 ਕਿਸੇ ਦਾ 90 ਕਿਸੇ ਦਾ ਕਿਸੇ ਔਰ ਹੈਰਾਨੀ ਵਾਲੀ ਗੱਲ ਹੈ ਕਈਆਂ ਕੌਂਸਲਰ ਦਾ ਪਤਾ ਹੀ ਨਹੀਂ ਹੈਗਾ ਜਿਹੜੇ ਚਹੇਤੇ ਕੌਂਸਲਰ ਸੀ ਉਹਨਾਂ ਨੂੰ ਵੀ ਦਿੱਤੇ ਗਏ ਜਿਨ੍ਹਾਂ ਨੂੰ ਚੈੱਕ ਦਿੱਤੇ ਗਏ ਚੱਕ ਵੰਡੇ ਗਏ 3-3 ਮੰਜ਼ਿਲਾ ਮਕਾਨ ਹੈ ਮੇਰੇ ਘਰ ਦੇ ਕੁਸਤਾੜੇ ਦੁਆੜੇ ਮੇਰੇ ਨੇੜੇ ਹੀ ਰਹਿੰਦੇ ਮੈਂ ਕਿਹਨੂੰ ਕੀ ਕਵਾਂ ਸ਼ਰਮ ਆਣੀ ਚਾਹੀਦੀ ਹੈ ਸਾਨੂੰ ਪੰਜਾਬ ਨਿਰਮਾਣ ਯੋਜਨਾ ਦੇ ਤਹਿਤ ਲਗਭਗ 90 ਕਰੋੜ ਰੁਪਈਆ ਜਿਹੜਾ ਆਇਆ ਸੀ ਉਸ ਦੇ ਵਿੱਚੋਂ ਦੱਸਿਆ ਜਾ ਰਿਹਾ ਵੀ 42 ਕਰੋੜ ਰੁਪਏ ਲੋਕਾਂ 'ਚ ਵੰਡਿਆ ਜਾ ਚੁੱਕਿਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੈਸੇ ਗਰੀਬ ਲੋਕਾਂ ਲਈ ਆਏ ਸਨ ਜਿਨ੍ਹਾਂ ਦੇ ਮਕਾਨ ਕੱਚੇ ਨੇ ਤੇ ਜਿਨ੍ਹਾਂ ਕੋਲ ਆਪਣੇ ਮਕਾਨ ਦੀ ਮੁਰੰਮਤ ਕਰਨ ਤੱਕ ਦੇ ਵੀ ਪੈਸੇ ਨਹੀਂ ਹੈ ਉਹਨਾਂ ਨੂੰ ਇਹ ਪੈਸੇ ਆਏ ਸਨ ਸਰਕਾਰ ਵੱਲੋਂ ਤੇ ਹੁਣ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ 'ਚ ਸਮਾਜ ਸੇਵੀ ਕੁਮਾਰ ਗੌਰਵ ਉਰਫ ਸੱਚਾ ਯਾਦਵ ਜੋ ਕਿ ਸਬੂਤ ਲੈ ਕੇ ਆਇਆ ਇਲਜ਼ਾਮ ਲਗਾ ਰਿਹਾ ਹੈ ਕਿ ਇਹ ਸਾਰੇ ਪੈਸੇ ਗਰੀਬਾਂ 'ਚ ਵੰਡਣ ਦੀ ਥਾਂ ਲੁਧਿਆਣਾ ਨਾਰਥ ਤੋਂ ਵਿਧਾਇਕ ਨੇ ਆਪਣੇ ਚਹੀਤਿਆਂ ਨੂੰ ਵੰਡ ਦਿੱਤੇ ਜ਼ਿਆਦਾਤਰ ਇਸ ਸਕੀਮ ਦੀ ਰਕਮ ਉਹਨਾਂ ਲੋਕਾਂ ਨੂੰ ਵੰਡੀ ਗਈ ਜਿਹੜੇ ਕਿ ਗਰੀਬ ਨਹੀਂ ਬਲਕਿ ਅਮੀਰ ਸਨ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਸਮਾਜ ਸੇਵੀ ਵੱਲੋਂ ਤੁਸੀਂ ਵੀ ਸੁਣੋ ਜ਼ਰਾ ਪੰਜਾਬ ਨਿਰਮਾਣ ਯੋਜਨਾ ਦੇ ਤਹਿਤ 90 ਕਰੋੜ ਰੁਪਇਆ ਲੁਧਿਆਣਾ ਨਗਰ ਨਿਗਮ ਦੇ ਤੋਂ ਨਾਲ ਲੱਗਦੇ ਏਰੀਆ ਨੂੰ ਜਿਹੜਾ ਆਇਆ ਸੀ ਜਿੰਦੇ ਵਿੱਚੋਂ ਲਗਭਗ 42 ਕਰੋੜ ਰੁਪਇਆ ਸਾਡੇ ਪੋਲੀਟੀਸ਼ੀਅਨਾਂ ਨੇ ਔਰ ਅਫਸਰਾਂ ਨੇ ਮਿਲ ਜੁਲ ਕੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਦਕਿ ਇਹ ਪੈਸਾ ਜਿਹੜਾ ਆਇਆ ਸੀ ਉਹ ਗਰੀਬ ਲੋਕਾਂ ਲਈ ਆਇਆ ਸੀ ਐਸਸੀ ਬੀਸੀ ਲੋਕਾਂ ਲਈ ਆਇਆ ਸੀ ਉਹਨਾਂ ਲਈ ਆਇਆ ਸੀਗਾ ਜਿਨ੍ਹਾਂ ਦੇ ਮਕਾਨ ਕੱਚੇ ਹੈ ਜਿਨ੍ਹਾਂ ਕੋਲ ਮਕਾਨ ਰਿਪੇਅਰ ਕਰਵਾਉਣ ਤੱਕ ਲਈ ਪੈਸੇ ਨਹੀਂ ਹੈ ਲੇਕਿਨ ਆ ਮੇਰੇ ਹੱਥ ਵਿੱਚ ਤੁਸੀਂ ਆ ਲਿਸਟਾਂ ਦੇਖ ਸਕਦੇ ਹੋ ਆ ਕਾਗਜ਼ ਦੇਖ ਸਕਦੇ ਹੋ ਮੈਂ ਨਾਰਥ ਹਲਕੇ ਦਾ ਰਹਿਣ ਵਾਲਾ ਹਾਂ ਦੋਸਤੋ ਔਰ ਮੇਰੇ ਹੱਥ ਵਿੱਚ ਇਹ ਨਾਰਥ ਹਲਕੇ ਦੀਆਂ ਉਹ ਲਿਸਟਾਂ ਵਾ ਵਾਰਡ ਵਾਈਜ਼ ਚੁਰਿੰਦਾ 2 4 5 ਸ਼ਾਇਦ ਜ਼ਰੂਰਤਮੰਦਾਂ ਤੱਕ ਚੱਕ ਪਹੁੰਚੇ ਹੋਣਗੇ ਲੇਕਿਨ ਇੱਕ ਵਾਰਡ ਦੇ ਵਿੱਚ ਕਿਤੇ 124 ਬੰਦਿਆਂ ਨੂੰ ਕਿਤੇ 156 ਨੂੰ ਕਿਤੇ 80 ਨੂੰ ਕਿਤੇ 90 ਨੂੰ ਕਿਤੇ 100 ਨੂੰ ਕਿਤੇ 125 ਨੂੰ ਅੱਜ ਨਾਰਥ ਹਲਕੇ ਦੇ ਇੱਕ ਵਾਰਡ ਦੇ ਵਿੱਚ ਸਿਰਫ ਚਹੇਤਿਆਂ ਨੂੰ 20,000 ਰੁਪਏ ਦੇ ਉਹ ਚੈੱਕ ਦੇ ਦਿੱਤੇ ਗਏ ਮੈਂ ਨਾਰਥ ਹਲਕੇ ਦੇ ਵਿੱਚ ਰਹਿਣਾ ਔਰ ਪਿਛਲੇ ਕਾਫੀ ਸਮੇਂ ਤੋਂ ਲਗਭਗ 50% ਇਹਨਾਂ ਲਿਸਟਾਂ ਦੇ ਬੰਦਿਆਂ ਨੂੰ ਮੈਂ ਪਹਿਚਾਣਦਾ ਮੈਂ ਜਾਣਦਾ ਵਾਂ ਔਰ ਹੈਰਾਨੀ ਹੋਈ ਕਿ ਜੇ ਇੱਕੋ ਘਰ ਦੇ ਵਿੱਚ ਸਿਰਫ ਇੱਕ ਚੱਕ ਨਹੀਂ ਜਿਹਨਾਂ ਦਾ 3-3 ਮੰਜ਼ਿਲਾ ਮਕਾਨ ਹੈ ਕਰੋੜਾਂ ਦੀਆਂ ਪ੍ਰਾਪਰਟੀਆਂ ਉਹਨਾਂ ਨੇ ਕੀ ਇੱਕ ਚੱਕ ਨਹੀਂ ਕਈਆਂ ਨੂੰ ਇੱਕੋ ਘਰ 'ਚ 2 ਚੱਕ 3 ਚੱਕ ਵੀ ਦਿੱਤੇ ਗਏ ਆ ਔਰ ਹੈਰਾਨ ਆ ਕਿ ਜੇ ਉਹਦਾ ਨਾਮ ਵਾਰਡ ਨੰਬਰ 93 ਦੀ ਲਿਸਟ 'ਚ ਪਾਤਾ ਗਿਆ ਤਾਂ ਵਾਈਫ ਦਾ ਨਾਮ ਵਾਰਡ ਨੰਬਰ 92 ਦੀ ਲਿਸਟ 'ਚ ਪਾਤਾ ਗਿਆ ਤਾਂ ਕਿਸੇ ਦਾ 91 ਕਿਸੇ ਦਾ 79 ਕਿਸੇ ਦਾ 90 ਕਿਸੇ ਦਾ ਕਿਸੇ ਔਰ ਹੈਰਾਨੀ ਵਾਲੀ ਗੱਲ ਹੈ ਕਈਆਂ ਕੌਂਸਲਰਾਂ ਦਾ ਪਤਾ ਹੀ ਨਹੀਂ ਹੈਗਾ ਜਿਹੜੇ ਚਹੇਤੇ ਕੌਂਸਲਰ ਸੀ ਉਹਨਾਂ ਨੂੰ ਵੀ ਦਿੱਤੇ ਗਏ ਸੋ ਅੱਜ ਇਹ ਆਲਮ ਇਹ ਗਰੀਬਾਂ ਦਾ ਜਿਹੜਾ ਹੱਕ ਹੈ ਉਹ ਗਰੀਬਾਂ ਦਾ ਹੱਕ ਹੈ ਗਰੀਬਾਂ ਦਾ ਹੱਕ ਸੀਗਾ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਸਾਡੇ ਸਿਸਟਮ ਨੂੰ ਇਸ ਪੋਲੀਟੀਕਲ ਸਿਸਟਮ ਨੂੰ ਕੀ ਸੂਸ ਹੋਣਾ ਗਰੀਬਾਂ ਦਾ ਜਿਹਨਾਂ ਲਈ ਚੈੱਕ ਆਏ ਸੀ ਉਹਨਾਂ ਤੱਕ ਪਹੁੰਚੇ ਨਹੀਂ ਹੈ ਜਿਹਨਾਂ ਨੇ ਗ੍ਰਾਂਟਾਂ ਆਈਆਂ ਸੀਗੀਆਂ ਔਰ ਉਹ ਲੋਕ ਜਿਨ੍ਹਾਂ ਨੂੰ ਚੈੱਕ ਦਿੱਤੇ ਗਏ ਯਾਦ ਰੱਖਿਓ ਤੁਹਾਨੂੰ ਇਹ ਚੈੱਕ ਦਿੱਤੇ ਨਹੀਂ ਗਏ ਤੁਹਾਡੇ ਜ਼ਮੀਰ ਨੂੰ ਖਰੀਦਿਆ ਗਿਆ ਵਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਜ਼ਰਾ ਜਿਹਾ ਵੀ ਜ਼ਮੀਰ ਜ਼ਿੰਦਾ ਹੋਵੇ ਨਾ ਤੇ ਇਹ ਚੈੱਕ ਜਾਂ ਤਾਂ ਇਹਨਾਂ ਦੇ ਮੂੰਹ ਤੇ ਮਾਰਿਓ ਵਗਾ ਕੇ ਨਹੀਂ ਤਾਂ ਯਾਦ ਰੱਖਿਓ ਚੈੱਕ ਵੀ ਇਹਨਾਂ ਦੇ ਆਪਣੀ ਜੇਬ ਚੋਂ ਨਹੀਂ ਆਏ ਇਹ ਸਰਕਾਰਾਂ ਦੇ ਤੁਹਾਡੇ ਸਿਰ ਤੇ ਕਰਜ਼ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਚੈੱਕ ਦਿੱਤੇ ਹੈ ਨਾ ਕੀ ਉਹ ਬੰਦੇ ਨਿਰਮਾਣ ਕਰਨਗੇ ਅੱਜ ਕਿਉਂ ਜੱਸੀਆਂ ਰੋਡ ਬਣਨ ਤੋਂ ਪਹਿਲਾਂ ਹੀ 10 ਦਿਨ ਨਹੀਂ ਹੋਏ ਟੁੱਟ ਗਈ ਅੱਜ ਕਿਉਂ ਚੰਦਰ ਨਗਰ ਰੋਡ ਹੈਪੋਲ ਰੋਡ 11 ਮਹੀਨੇ ਬਾਅਦ ਨਹੀਂ ਬਣਦੀ ਪਈ ਅੱਜ ਕਿਉਂ ਨਾਰਥ ਹਲਕੇ 'ਚ ਇੱਕ ਵੀ ਸਰਕਾਰੀ ਸਕੂਲ ਕਾਲਜ ਹਸਪੀਟਲ ਕੋਈ ਪੁਲ ਨਹੀਂ ਬਣਿਆ ਇਹੀ ਕਾਰਨ ਹੈ ਦੋਸਤ ਇਹੀ ਕਾਰਨ ਹੈ ਖਰੀਦਿਆ ਜਾਂਦਾ ਹੈ ਯਾਦ ਰੱਖਿਓ ਜੇ ਇੱਕ ਘਰ 'ਚ 20,000 ਦਾ ਚੈੱਕ ਦਿੱਤਾ ਗਿਆ ਤੇ ਜੇ 4 ਮੈਂਬਰ ਵੀ ਘਰ 'ਚ ਹੈਗੇ ਆ ਤਾਂ 5,000 ਰੁਪਏ ਕੀਮਤ ਲਗਾਈ 5,000 ਰੁਪਇਆ ਉਸ 5,000 ਰੁਪਏ ਦੇ ਨਾਲ ਕਰੋੜਾਂ ਰੁਪਏ ਦਾ ਜੀ ਹਾਂ ਕਰੋੜਾਂ ਰੁਪਏ ਦਾ ਤੁਹਾਡਾ ਮੇਰਾ ਸਾਡਾ ਨੁਕਸਾਨ ਹੈ
जो किसी सड़क के उत्ते जी सड़क बनने तो पहले टुट गई है, साढ़े किसी सोच के देखो, साढ़े किसी अपने का एक्सीडेंट हो गया और डॉक्टर ने कहता कि 20 लाख लगूगा, फिर चट लियो ना चक्का नूं। मैं फिर हाथ जोड़ के बेनती करदा, फिर हाथ जोड़ के बेनती करदा कि ऐतकी दिखा दियो ज़मीर की ताकत की है, ऐतकी दिखा दियो कि मैं बिकाऊ नहीं है, ऐतकी वोट उसी शख्स नूं पाइयो जिहड़ा तुहाडी कीमत ना लगावे, तुहानूं खरीदे ना। सो शर्म आंदी है। मैं जवाब मंगदा वां नॉर्थ हल्के दे MLA साहब तो कि MLA साहब आ जिहड़ा काम कीता है पर चंगा कीता है, और जवाब मंगदा मैं उन्हां अधिकारियों तो, जवाब मंगदा मैं जिला प्रशासन तो कि उन्होंने रीचैकिंग क्रॉस चैकिंग क्यों नहीं की, फिजिकल चैकिंग क्यों नहीं की। जिन्होंने चैक दिते गए, चैक वंडे गए, 3-3 मंजिला मकान है, मेरे घर के कुछ आड़े दुआड़े मेरे नेड़े ही रहते, मैं किनू की कवां। शर्म आनी चाहिए सानू। असी भगत सिंह चाहते हैं पर गुआंढियों के घर चाहते हैं। असी जमीर अज जमीर अपना बेच दिता होया है। जे हले भी अंतरात्मा नाम की कोई चीज जिंदी होवे ना तो हाथ जोड़ के मैं बेनती करदा वां कि अजिहा काम ना करो। अगर याद रखियो, घर बैठे ना तोहमत लाओ, वोट दे के आवाज उठाओ। ਸੋ ਇਸ ਰੋਸ ਪ੍ਰਦਰਸ਼ਨ ਕਰ ਰਹੇ ਸ਼ਖਸ ਦਾ ਇਲਜ਼ਾਮ ਹੈ ਕਿ ਇਹ ਗਰੀਬਾਂ ਦੇ ਪੈਸੇ ਅਮੀਰਾਂ 'ਚ ਵੰਡ ਦਿੱਤੇ ਗਏ। ਖੈਰ ਇਸ ਸ਼ਖਸ ਵੱਲੋਂ ਲੁਧਿਆਣਾ ਨਾਰਥ ਦੇ ਵਿਧਾਇਕ ਅਤੇ ਅਫਸਰਾਂ ਤੇ ਜੋ ਇਲਜ਼ਾਮ ਲਗਾਏ ਗਏ ਨੇ ਉਹਨਾਂ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਇਸ ਸ਼ਖਸ ਦੇ ਨਿੱਜੀ ਵਿਚਾਰ ਨੇ ਤੇ ਇਸ ਸ਼ਖਸ ਦੇ ਹੱਥ ਦੇ ਵਿੱਚ ਜੋ ਲਿਸਟਾਂ ਨੇ, ਇਸ ਸ਼ਖਸ ਦਾ ਕਹਿਣਾ ਹੈ ਕਿ ਇਹਨਾਂ ਲਿਸਟਾਂ ਦੇ ਮੁਤਾਬਿਕ ਉਸ ਨੂੰ ਲੱਗ ਰਿਹਾ ਹੈ ਕਿ ਇਹ ਘਪਲਾ ਹੋਇਆ। ਖੈਰ ਇਸ ਸ਼ਖਸ ਦੇ ਨਿੱਜੀ ਵਿਚਾਰ ਨੇ ਤੇ ਇਹ ਸ਼ਖਸ ਦਾਅਵੇ ਕਰ ਰਿਹਾ ਹੈ ਕਿ ਗਰੀਬਾਂ ਦਾ ਪੈਸਾ ਗਰੀਬਾਂ ਤੱਕ ਨਹੀਂ ਪਹੁੰਚਿਆ, ਪਰ ਇਸ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਅਸਲ ਸੱਚ ਕੀ ਹੈ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਲੁਧਿਆਣਾ ਤੋਂ ਕੁੰਵਰਜੋਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ले लो ग्रांटा ले लो ग्रांटा ले लो। फोटो ਤੁਹਾਡੇ ਲਈ ਤਾਂ ਆਇਆ ਇਹ ਗ੍ਰਾਂਟਾ ਹੈ, ਚੱਕ ਤੁਹਾਡੇ ਲਈ ਤਾਂ ਆਇਆ। ਲਗਭਗ 50% ਇਹਨਾਂ ਲਿਸਟਾਂ ਦੇ ਬੰਦਿਆਂ ਨੂੰ ਮੈਂ ਪਹਿਚਾਣਦਾ, ਮੈਂ ਜਾਣਦਾ ਵਾਂ। ਔਰ ਹੈਰਾਨੀ ਹੋਈ ਕਿ ਜੇ ਇੱਕੋ ਘਰ ਦੇ ਵਿੱਚ ਸਿਰਫ ਇੱਕ ਚੱਕ ਨਹੀਂ, ਜਿਨ੍ਹਾਂ ਦਾ 3-3 ਮੰਜ਼ਿਲਾ ਮਕਾਨ ਹੈ, ਕਰੋੜਾਂ ਦੀਆਂ ਪ੍ਰਾਪਰਟੀਆਂ ਹੈ, ਉਹਨਾਂ ਨੇ ਕੀ ਇੱਕ ਚੱਕ ਨਹੀਂ, ਕਈਆਂ ਨੂੰ ਇੱਕੋ ਘਰ 'ਚ 2 ਚੱਕ 3 ਚੱਕ ਵੀ ਦਿੱਤੇ ਗਏ ਹੈ। ਔਰ ਹੈਰਾਨ ਆ ਕਿ ਜੇ ਉਹਦਾ ਨਾਮ ਵਾਰਡ ਨੰਬਰ 93 ਦੀ ਲਿਸਟ 'ਚ ਪਾਤਾ ਗਿਆ ਤਾਂ ਵਾਈਫ ਦਾ ਨਾਮ ਵਾਰਡ ਨੰਬਰ 92 ਦੀ ਲਿਸਟ 'ਚ ਪਾਤਾ ਗਿਆ ਤਾਂ ਕਿਸੇ ਦਾ 91 'ਚ, ਕਿਸੇ ਦਾ 79 'ਚ, ਕਿਸੇ ਦਾ 90 'ਚ, ਕਿਸੇ ਦਾ ਕਿਸੇ 'ਚ। ਔਰ ਹੈਰਾਨੀ ਵਾਲੀ ਗੱਲ ਹੈ ਕਈਆਂ ਕੌਂਸਲਰ ਦਾ ਪਤਾ ਹੀ ਨਹੀਂ ਹੈਗਾ, ਜਿਹੜੇ ਚਹੇਤੇ ਕੌਂਸਲਰ ਸੀ ਉਹਨਾਂ ਨੂੰ ਵੀ ਦਿੱਤੇ ਗਏ। जिन्हों चेक दिते गए, चेक वंडे गए, 3-3 मंजिला मकान है, मेरे घर के कुछ आड़े दुआड़े मेरे नेड़े ही रहते, मैं किनू की कवां। शर्म आनी चाहिए सानू। ਪੰਜਾਬ ਨਿਰਮਾਣ ਯੋਜਨਾ ਦੇ ਤਹਿਤ ਲਗਭਗ 90 ਕਰੋੜ ਰੁਪਈਆ ਜਿਹੜਾ ਆਇਆ ਸੀ ਉਸ ਦੇ ਵਿੱਚੋਂ ਦੱਸਿਆ ਜਾ ਰਿਹਾ ਵੀ 42 ਕਰੋੜ ਰੁਪਏ ਲੋਕਾਂ 'ਚ ਵੰਡਿਆ ਜਾ ਚੁੱਕਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੈਸੇ ਗਰੀਬ ਲੋਕਾਂ ਲਈ ਆਏ ਸਨ ਜਿਨ੍ਹਾਂ ਦੇ ਮਕਾਨ ਕੱਚੇ ਨੇ ਤੇ ਜਿਨ੍ਹਾਂ ਕੋਲ ਆਪਣੇ ਮਕਾਨ ਦੀ ਮੁਰੰਮਤ ਕਰਨ ਤੱਕ ਦੇ ਵੀ ਪੈਸੇ ਨਹੀਂ ਹੈ, ਉਹਨਾਂ ਨੂੰ ਇਹ ਪੈਸੇ ਆਏ ਸਨ ਸਰਕਾਰ ਵੱਲੋਂ। ਤੇ ਹੁਣ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ 'ਚ ਸਮਾਜ ਸੇਵੀ ਕੁਮਾਰ ਗੌਰਵ ਉਰਫ ਸੱਚਾ ਯਾਦਵ ਜੋ ਕਿ ਸਬੂਤ ਲੈ ਕੇ ਆਇਆ, ਇਲਜ਼ਾਮ ਲਗਾ ਰਿਹਾ ਹੈ ਕਿ ਇਹ ਸਾਰੇ ਪੈਸੇ ਗਰੀਬਾਂ 'ਚ ਵੰਡਣ ਦੀ ਥਾਂ ਲੁਧਿਆਣਾ ਨਾਰਥ ਤੋਂ ਵਿਧਾਇਕ ਨੇ ਆਪਣੇ ਚਹੀਤਿਆਂ ਨੂੰ ਵੰਡ ਦਿੱਤੇ। ਜ਼ਿਆਦਾਤਰ ਇਸ ਸਕੀਮ ਦੀ ਰਕਮ ਉਹਨਾਂ ਲੋਕਾਂ ਨੂੰ ਵੰਡੀ ਗਈ ਜਿਹੜੇ ਕਿ ਗਰੀਬ ਨਹੀਂ ਬਲਕਿ ਅਮੀਰ ਸਨ। ਇਹ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਸਮਾਜ ਸੇਵੀ ਵੱਲੋਂ। ਤੁਸੀਂ ਵੀ ਸੁਣੋ ਜ਼ਰਾ। ਪੰਜਾਬ ਨਿਰਮਾਣ ਯੋਜਨਾ ਦੇ ਤਹਿਤ 90 ਕਰੋੜ ਰੁਪਇਆ ਲੁਧਿਆਣਾ ਨਗਰ ਨਿਗਮ ਦੇ ਤੋਂ ਨਾਲ ਲੱਗਦੇ ਏਰੀਆ ਨੂੰ ਜਿਹੜਾ ਆਇਆ ਸੀ, ਜਿਹਦੇ ਵਿੱਚੋਂ ਲਗਭਗ 42 ਕਰੋੜ ਰੁਪਇਆ ਸਾਡੇ ਪੋਲੀਟੀਸ਼ੀਅਨਾਂ ਨੇ ਔਰ ਅਫਸਰਾਂ ਨੇ ਮਿਲ ਜੁਲ ਕੇ ਉਹਨਾਂ ਲੋਕਾਂ ਨੂੰ ਦੇ ਦਿੱਤਾ, ਜਦਕਿ ਇਹ ਪੈਸਾ ਜਿਹੜਾ ਆਇਆ ਸੀ ਉਹ ਗਰੀਬ ਲੋਕਾਂ ਲਈ ਆਇਆ ਸੀ, SC BC ਲੋਕਾਂ ਲਈ ਆਇਆ ਸੀ, ਉਹਨਾਂ ਲਈ ਆਇਆ ਸੀਗਾ ਜਿਨ੍ਹਾਂ ਦੇ ਮਕਾਨ ਕੱਚੇ ਹੈ, ਜਿਨ੍ਹਾਂ ਕੋਲ ਮਕਾਨ ਰਿਪੇਅਰ ਕਰਵਾਉਣ ਤੱਕ ਲਈ ਪੈਸੇ ਨਹੀਂ ਹੈ। ਲੇਕਿਨ ਆ ਮੇਰੇ ਹੱਥ ਵਿੱਚ ਤੁਸੀਂ ਆ ਲਿਸਟਾਂ ਦੇਖ ਸਕਦੇ ਹੋ, ਆ ਕਾਗਜ਼ ਦੇਖ ਸਕਦੇ ਹੋ। ਮੈਂ ਨਾਰਥ ਹਲਕੇ ਦਾ ਰਹਿਣ ਵਾਲਾ ਹਾਂ ਦੋਸਤੋ, ਔਰ ਮੇਰੇ ਹੱਥ ਵਿੱਚ ਇਹ ਨਾਰਥ ਹਲਕੇ ਦੀਆਂ ਉਹ ਲਿਸਟਾਂ ਵਾਰਡ ਵਾਈਜ਼ ਦੇ ਚੁਰਿੰਦਾ 2, 4, 5 ਸ਼ਾਇਦ
ਜ਼ਰੂਰਤਮੰਦਾਂ ਤੱਕ ਚੈੱਕ ਪਹੁੰਚੇ ਹੋਣਗੇ। ਲੇਕਿਨ ਇੱਕ ਵਾਰਡ ਦੇ ਵਿੱਚ ਕਿਤੇ 124 ਬੰਦਿਆਂ ਨੂੰ, ਕਿਤੇ 156 ਨੂੰ, ਕਿਤੇ 80 ਨੂੰ, ਕਿਤੇ 90 ਨੂੰ, ਕਿਤੇ 100 ਨੂੰ, ਕਿਤੇ 125 ਨੂੰ, ਅੱਜ 9 ਤੱਕ ਦੇ ਇੱਕ ਵਾਰਡ ਦੇ ਵਿੱਚ ਸਿਰਫ ਚਹੇਤਿਆਂ ਨੂੰ 20,000 ਰੁਪਏ ਦੇ ਉਹ ਚੈੱਕ ਦੇ ਦਿੱਤੇ ਗਏ। ਮੈਂ 9 ਤੱਕ ਦੇ ਵਿੱਚ ਰਹਿਣਾ ਔਰ ਪਿਛਲੇ ਕਾਫੀ ਸਮੇਂ ਤੋਂ ਲਗਭਗ 50% ਇਹਨਾਂ ਲਿਸਟਾਂ ਦੇ ਬੰਦਿਆਂ ਨੂੰ ਮੈਂ ਪਹਿਚਾਣਦਾ, ਮੈਂ ਜਾਣਦਾ ਵਾਂ। ਔਰ ਹੈਰਾਨੀ ਹੋਈ ਕਿ ਜੇ ਇੱਕੋ ਘਰ ਦੇ ਵਿੱਚ ਸਿਰਫ ਇੱਕ ਚੈੱਕ ਨਹੀਂ, ਜਿਨ੍ਹਾਂ ਦਾ 3 ਮੰਜ਼ਿਲਾ ਮਕਾਨ ਹੈ, ਕਰੋੜਾਂ ਦੀਆਂ ਪ੍ਰਾਪਰਟੀਆਂ ਹੈ, ਉਹਨਾਂ ਨੇ ਕੀ ਇੱਕ ਚੈੱਕ ਨਹੀਂ, ਕਈਆਂ ਨੂੰ ਇੱਕੋ ਘਰ 'ਚ 2 ਚੈੱਕ 3 ਚੈੱਕ ਵੀ ਦਿੱਤੇ ਗਏ ਹੈ। ਔਰ ਹੈਰਾਨ ਆ ਕਿ ਜੇ ਉਹਦਾ ਨਾਮ ਵਾਰਡ ਨੰਬਰ 93 ਦੀ ਲਿਸਟ 'ਚ ਪਾਤਾ ਗਿਆ ਤਾਂ ਵਾਈਫ ਦਾ ਨਾਮ ਵਾਰਡ ਨੰਬਰ 92 ਦੀ ਲਿਸਟ 'ਚ ਪਾਤਾ ਗਿਆ ਤਾਂ ਕਿਸੇ ਦਾ 91, ਕਿਸੇ ਦਾ 79, ਕਿਸੇ ਦਾ 90, ਕਿਸੇ ਦਾ ਕਿਸੇ 'ਚ। ਔਰ ਹੈਰਾਨੀ ਵਾਲੀ ਗੱਲ ਹੈ, ਕਈਆਂ ਕੌਂਸਲਰਾਂ ਦਾ ਪਤਾ ਹੀ ਨਹੀਂ ਹੈਗਾ, ਜਿਹੜੇ ਚਹੇਤੇ ਕੌਂਸਲਰ ਸੀ ਉਹਨਾਂ ਨੂੰ ਵੀ ਦਿੱਤੇ ਗਏ। ਸੋ ਅੱਜ ਇਹ ਆਲਮ, ਇਹ ਗਰੀਬਾਂ ਦਾ ਜਿਹੜਾ ਹੱਕ ਹੈ, ਉਹ ਗਰੀਬਾਂ ਦਾ ਹੱਕ ਹੈ, ਗਰੀਬਾਂ ਦਾ ਹੱਕ ਸੀਗਾ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਮੈਂ ਜ਼ਰੂਰ ਪੁੱਛਣਾ ਚਾਹੂੰਗਾ ਸਾਡੇ ਸਿਸਟਮ ਨੂੰ, ਇਸ ਪੋਲੀਟੀਕਲ ਸਿਸਟਮ ਨੂੰ, ਕੀ ਕਸੂਰ ਸੀ ਉਹਨਾਂ ਗਰੀਬਾਂ ਦਾ ਜਿਹਨਾਂ ਲਈ ਚੈੱਕ ਆਏ ਸੀ ਉਹਨਾਂ ਤੱਕ ਪਹੁੰਚੇ ਨਹੀਂ ਹੈ, ਜਿਹਨਾਂ ਲਈ ਗ੍ਰਾਂਟਾਂ ਆਈਆਂ ਸੀਗੀਆਂ। ਔਰ ਉਹ ਲੋਕ ਜਿਨ੍ਹਾਂ ਨੂੰ ਚੈੱਕ ਦਿੱਤੇ ਗਏ, ਯਾਦ ਰੱਖਿਓ ਤੁਹਾਨੂੰ ਇਹ ਚੈੱਕ ਦਿੱਤੇ ਨਹੀਂ ਗਏ, ਤੁਹਾਡੇ ਜ਼ਮੀਰ ਨੂੰ ਖਰੀਦਿਆ ਗਿਆ ਵਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਜ਼ਰਾ ਜਿਹਾ ਵੀ ਜ਼ਮੀਰ ਜ਼ਿੰਦਾ ਹੋਵੇ ਨਾ ਤੇ ਇਹ ਚੈੱਕ ਜਾਂ ਤਾਂ ਇਹਨਾਂ ਦੇ ਮੂੰਹ ਤੇ ਮਾਰਿਓ ਵਗਾ ਕੇ, ਨਹੀਂ ਤਾਂ ਯਾਦ ਰੱਖਿਓ ਚੈੱਕ ਵੀ ਇਹਨਾਂ ਦੇ ਆਪਣੀ ਜੇਬ ਚੋਂ ਨਹੀਂ ਆਏ। ਇਹ ਸਰਕਾਰਾਂ ਦੇ ਤੁਹਾਡੇ ਸਿਰ ਤੇ ਕਰਜ਼ ਹੈ, ਜਿਨ੍ਹਾਂ ਨੇ ਤੁਹਾਨੂੰ ਇਹ ਚੈੱਕ ਦਿੱਤੇ ਹੈ ਨਾ, ਕੀ ਉਹ ਬੰਦੇ ਨਿਰਮਾਣ ਕਰਨਗੇ? ਅੱਜ ਕਿਉਂ ਜੱਸੀਆਂ ਰੋਡ ਬਣਨ ਤੋਂ ਪਹਿਲਾਂ ਹੀ 10 ਦਿਨ ਨਹੀਂ ਹੋਏ ਟੁੱਟ ਗਈ? ਅੱਜ ਕਿਉਂ ਚੰਦਰ ਨਗਰ ਰੋਡ ਹੈਪੋਲ ਰੋਡ 11 ਮਹੀਨੇ ਬਾਅਦ ਨਹੀਂ ਬਣਦੀ ਪਈ? ਅੱਜ ਕਿਉਂ ਨੌਰ ਹਲਕੇ 'ਚ ਇੱਕ ਵੀ ਸਰਕਾਰੀ ਸਕੂਲ, ਕਾਲਜ, ਹਸਪੀਟਲ ਕੋਈ ਪੁਲ ਨਹੀਂ ਬਣਿਆ? ਇਹੀ ਕਾਰਨ ਹੈ ਦੋਸਤ, ਇਹੀ ਕਾਰਨ ਹੈ। ਖਰੀਦਿਆ ਜਾਂਦਾ ਹੈ। ਯਾਦ ਰੱਖਿਓ, ਜੇ ਇੱਕ ਘਰ 'ਚ 20,000 ਦਾ ਚੈੱਕ ਦਿੱਤਾ ਗਿਆ ਤੇ ਜੇ 4 ਮੈਂਬਰ ਵੀ ਘਰ 'ਚ ਹੈਗੇ ਆ ਤਾਂ 5,000 ਰੁਪਏ ਕੀਮਤ ਲਗਾਈ, 5,000 ਰੁਪਇਆ। ਉਸ 5,000 ਰੁਪਏ ਦੇ ਨਾਲ ਕਰੋੜਾਂ ਰੁਪਏ ਦਾ, ਜੀ ਹਾਂ, ਕਰੋੜਾਂ ਰੁਪਏ ਦਾ ਤੁਹਾਡਾ, ਮੇਰਾ, ਸਾਡਾ ਨੁਕਸਾਨ ਹੈ। ਜਦੋਂ ਕਿਸੇ ਸੜਕ ਦੇ ਉੱਤੇ, ਜਿਹੜੀ ਸੜਕ ਬਣਨ ਤੋਂ ਪਹਿਲੇ ਟੁੱਟ ਗਈ ਹੈ, ਸਾਡੇ ਕਿਸੇ ਸੋਚ ਕੇ ਦੇਖੋ, ਸਾਡੇ ਕਿਸੇ ਆਪਣੇ ਦਾ ਐਕਸੀਡੈਂਟ ਹੋ ਗਿਆ ਔਰ ਡਾਕਟਰ ਨੇ ਕਹਿ ਦਿੱਤਾ ਕਿ 20 ਲੱਖ ਲੱਗੂਗਾ, ਫੇਰ ਚੱਟ ਲਿਓ ਨਾ ਚੱਕਾਂ ਨੂੰ। ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਐਤਕੀ ਦਿਖਾ ਦਿਓ ਜ਼ਮੀਰ ਦੀ ਤਾਕਤ ਕੀ ਹੈ, ਐਤਕੀ ਦਿਖਾ ਦਿਓ ਕਿ ਮੈਂ ਬਿਕਾਊ ਨਹੀਂ ਹੈ। ਐਤਕੀ ਵੋਟ ਉਸੇ ਸ਼ਖਸ ਨੂੰ ਪਾਈਓ ਜਿਹੜਾ ਤੁਹਾਡੀ ਕੀਮਤ ਨਾ ਲਗਾਵੇ, ਤੁਹਾਨੂੰ ਖਰੀਦੇ ਨਾ। ਸੋ ਸ਼ਰਮ ਆਉਂਦੀ ਹੈ। ਮੈਂ ਜਵਾਬ ਮੰਗਦਾ ਵਾਂ ਨੌਰਥ ਹਲਕੇ ਦੇ MLA ਸਾਹਿਬ ਤੋਂ ਕਿ MLA ਸਾਹਿਬ ਆ ਜਿਹੜਾ ਕੰਮ ਕੀਤਾ ਹੈ ਆਪਾਂ ਚੰਗਾ ਕੀਤਾ, ਔਰ ਜਵਾਬ ਮੰਗਦਾ ਮੈਂ ਉਹਨਾਂ ਅਧਿਕਾਰੀਆਂ ਤੋਂ, ਜਵਾਬ ਮੰਗਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿ ਉਹਨਾਂ ਨੇ ਰੀਚੈਕਿੰਗ, ਕ੍ਰਾਸ ਚੈਕਿੰਗ ਕਿਉਂ ਨਹੀਂ ਕੀਤੀ, ਫਿਜ਼ੀਕਲ ਚੈਕਿੰਗ ਕਿਉਂ ਨਹੀਂ ਕੀਤੀ? ਜਿਨ੍ਹਾਂ ਨੂੰ ਚੈੱਕ ਦਿੱਤੇ ਗਏ, ਚੈੱਕ ਵੰਡੇ ਗਏ, 3 ਮੰਜ਼ਿਲਾ ਮਕਾਨ ਹੈ, ਮੇਰੇ ਘਰ ਦੇ ਕੁਸ਼ਤਾੜੇ ਦੁਆੜੇ ਮੇਰੇ ਨੇੜੇ ਹੀ ਰਹਿੰਦੇ, ਮੈਂ ਕਿਹਨੂੰ ਕੀ ਕਵਾਂ? ਸ਼ਰਮ ਆਣੀ ਚਾਹੀਦੀ ਹੈ ਸਾਨੂੰ। ਅਸੀਂ ਭਗਤ ਸਿੰਘ ਚਾਹੁੰਦੇ ਆ ਪਰ ਗੁਆਂਢੀਆਂ ਦੇ ਘਰ ਜਾਂਦੇ ਆ। ਅਸੀਂ ਜ਼ਮੀਰ ਆਪਣਾ ਵੇਚ ਦਿੱਤਾ ਹੋਇਆ ਵਾ। ਜੇ ਹਲੇ ਵੀ ਅੰਤਰਾਤਮਾ ਨਾਮ ਦੀ ਕੋਈ ਚੀਜ਼ ਜਿੰਦੀ ਹੋਵੇ ਨਾ ਤਾਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਕਿ ਅਜਿਹਾ ਕੰਮ ਨਾ ਕਰੋ। ਅਗਰ ਯਾਦ ਰੱਖਿਓ, ਘਰ ਬੈਠੇ ਨਾ ਤੋਮਤ ਲਾਓ, ਵੋਟ ਦੇ ਕੇ ਆਵਾਜ਼ ਉਠਾਓ। ਸੋ ਇਸ ਰੋਸ ਪ੍ਰਦਰਸ਼ਨ ਕਰ ਰਹੇ ਸ਼ਖਸ ਦਾ ਇਲਜ਼ਾਮ ਹੈ ਕਿ ਇਹ ਗਰੀਬਾਂ ਦੇ ਪੈਸੇ ਅਮੀਰਾਂ 'ਚ ਵੰਡ ਦਿੱਤੇ ਗਏ। ਖੈਰ, ਇਸ ਸ਼ਖਸ ਵੱਲੋਂ ਲੁਧਿਆਣਾ ਨੌਰਥ ਦੇ ਵਿਧਾਇਕ ਅਤੇ ਅਫਸਰਾਂ ਤੇ ਜੋ ਇਲਜ਼ਾਮ ਲਗਾਏ ਗਏ ਨੇ, ਉਹਨਾਂ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਇਸ ਸ਼ਖਸ ਦੇ ਨਿੱਜੀ ਵਿਚਾਰ ਨੇ ਤੇ ਇਸ ਸ਼ਖਸ ਦੇ ਹੱਥ ਦੇ ਵਿੱਚ ਜੋ ਲਿਸਟਾਂ ਨੇ, ਇਸ ਸ਼ਖਸ ਦਾ ਕਹਿਣਾ ਹੈ ਕਿ ਇਹਨਾਂ ਲਿਸਟਾਂ ਦੇ ਮੁਤਾਬਿਕ ਉਸ ਨੂੰ ਲੱਗ ਰਿਹਾ ਹੈ ਕਿ ਇਹ ਘਪਲਾ ਹੋਇਆ। ਖੈਰ, ਇਸ ਸ਼ਖਸ ਦੇ ਨਿੱਜੀ ਵਿਚਾਰ ਨੇ ਤੇ ਇਹ ਸ਼ਖਸ ਦਾਅਵੇ ਕਰ ਰਿਹਾ ਹੈ ਕਿ ਗਰੀਬਾਂ ਦਾ ਪੈਸਾ ਗਰੀਬਾਂ ਤੱਕ ਨਹੀਂ ਪਹੁੰਚਿਆ, ਪਰ ਇਸ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਅਸਲ ਸੱਚ ਕੀ ਹੈ ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਲੁਧਿਆਣਾ ਤੋਂ ਕੁੰਵਰਜੋਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਫੋਟੋ ਲੈ, ਤੁਹਾਡੇ ਲਈ ਤਾਂ ਆਇਆ ਇਹ ਗ੍ਰਾਂਟਾਂ, ਇਹ ਚੱਕ ਤੁਹਾਡੇ ਲਈ ਤਾਂ ਆਇਆ। ਲਗਭਗ 50% ਇਹਨਾਂ ਲਿਸਟਾਂ ਦੇ ਬੰਦਿਆਂ ਨੂੰ ਮੈਂ ਪਹਿਚਾਣਦਾ, ਮੈਂ ਜਾਣਦਾ ਵਾਂ। ਔਰ ਹੈਰਾਨੀ ਹੋਈ ਕਿ ਜੇ ਇੱਕੋ ਘਰ ਦੇ ਵਿੱਚ ਸਿਰਫ ਇੱਕ ਚੈੱਕ ਨਹੀਂ, ਜਿਨ੍ਹਾਂ ਦਾ 3 ਮੰਜ਼ਿਲਾ ਮਕਾਨ ਹੈ, ਕਰੋੜਾਂ ਦੀਆਂ ਪ੍ਰਾਪਰਟੀਆਂ ਹੈ, ਉਹਨਾਂ ਨੇ ਕੀ ਇੱਕ ਚੈੱਕ ਨਹੀਂ, ਕਈਆਂ ਨੂੰ ਇੱਕੋ ਘਰ 'ਚ 2 ਚੈੱਕ 3 ਚੈੱਕ ਵੀ ਦਿੱਤੇ ਗਏ ਹੈ। ਔਰ ਹੈਰਾਨ ਆ ਕਿ ਜੇ ਉਹਦਾ ਨਾਮ ਵਾਰਡ ਨੰਬਰ 93 ਦੀ ਲਿਸਟ 'ਚ ਪਾਤਾ ਗਿਆ
ਤਾਂ ਵਾਈਫ ਦਾ ਨਾਮ ਵਾਰਡ ਨੰਬਰ 92 ਦੀ ਲਿਸਟ 'ਚ ਪਾਤਾ ਗਿਆ ਤਾਂ ਕਿਸੇ ਦਾ ਕੰਨ ਵਿੱਚ, ਕਿਸੇ ਦਾ 79, ਕਿਸੇ ਦਾ 90, ਕਿਸੇ 'ਚ। ਔਰ ਹੈਰਾਨੀ ਵਾਲੀ ਗੱਲ ਹੈ, ਕਈਆਂ ਕੌਂਸਲਰ ਦਾ ਪਤਾ ਹੀ ਨਹੀਂ ਹੈਗਾ, ਜਿਹੜੇ ਚਹੇਤੇ ਕੌਂਸਲਰ ਸੀ ਉਹਨਾਂ ਨੂੰ ਵੀ ਦਿੱਤੇ ਗਏ, ਜਿਨ੍ਹਾਂ ਨੂੰ ਚੈੱਕ ਦਿੱਤੇ ਗਏ, ਚੈੱਕ ਵੰਡੇ ਗਏ। 3 ਮੰਜ਼ਿਲਾ ਮਕਾਨ ਹੈ, ਮੇਰੇ ਘਰ ਦੇ ਕੁਛ ਆਲੇ ਦੁਆਲੇ ਮੇਰੇ ਨੇੜੇ ਹੀ ਰਹਿੰਦੇ, ਮੈਂ ਕਿਹਨੂੰ ਕੀ ਕਵਾਂ। ਸ਼ਰਮ ਆਣੀ ਚਾਹੀਦੀ ਹੈ ਸਾਨੂੰ। ਪੰਜਾਬ ਨਿਰਮਾਣ ਯੋਜਨਾ ਦੇ ਤਹਿਤ ਲਗਭਗ 90 ਕਰੋੜ ਰੁਪਈਆ ਜਿਹੜਾ ਆਇਆ ਸੀ, ਉਸ ਦੇ ਵਿੱਚੋਂ ਦੱਸਿਆ ਜਾ ਰਿਹਾ ਵੀ 42 ਕਰੋੜ ਰੁਪਏ ਲੋਕਾਂ 'ਚ ਵੰਡਿਆ ਜਾ ਚੁੱਕਿਆ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਪੈਸੇ ਗਰੀਬ ਲੋਕਾਂ ਲਈ ਆਏ ਸਨ, ਜਿਨ੍ਹਾਂ ਦੇ ਮਕਾਨ ਕੱਚੇ ਨੇ ਤੇ ਜਿਨ੍ਹਾਂ ਕੋਲ ਆਪਣੇ ਮਕਾਨ ਦੀ ਮੁਰੰਮਤ ਕਰਨ ਤੱਕ ਦੇ ਵੀ ਪੈਸੇ ਨਹੀਂ ਹੈ, ਉਹਨਾਂ ਨੂੰ ਇਹ ਪੈਸੇ ਆਏ ਸਨ ਸਰਕਾਰ ਵੱਲੋਂ। ਤੇ ਹੁਣ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ 'ਚ ਸਮਾਜ ਸੇਵੀ ਕੁਮਾਰ ਗੌਰਵ ਉਰਫ ਸੱਚਾ ਯਾਦਵ, ਜੋ ਕਿ ਸਬੂਤ ਲੈ ਕੇ ਆਇਆ, ਇਲਜ਼ਾਮ ਲਗਾ ਰਿਹਾ ਹੈ ਕਿ ਇਹ ਸਾਰੇ ਪੈਸੇ ਗਰੀਬਾਂ 'ਚ ਵੰਡਣ ਦੀ ਥਾਂ ਲੁਧਿਆਣਾ ਨਾਰਥ ਤੋਂ ਵਿਧਾਇਕ ਨੇ ਆਪਣੇ ਚਹੀਤਿਆਂ ਨੂੰ ਵੰਡ ਦਿੱਤੇ। ਜ਼ਿਆਦਾਤਰ ਇਸ ਸਕੀਮ ਦੀ ਰਕਮ ਉਹਨਾਂ ਲੋਕਾਂ ਨੂੰ ਵੰਡੀ ਗਈ ਜਿਹੜੇ ਕਿ ਗਰੀਬ ਨਹੀਂ ਬਲਕਿ ਅਮੀਰ ਸਨ। ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਸਮਾਜ ਸੇਵੀ ਵੱਲੋਂ। ਤੁਸੀਂ ਵੀ ਸੁਣੋ ਜ਼ਰਾ। ਪੰਜਾਬ ਨਿਰਮਾਣ ਯੋਜਨਾ ਦੇ ਤਹਿਤ 90 ਕਰੋੜ ਰੁਪਇਆ ਲੁਧਿਆਣਾ ਨਗਰ ਨਿਗਮ ਦੇ ਤੋਂ ਨਾਲ ਲੱਗਦੇ ਏਰੀਆ ਨੂੰ ਜਿਹੜਾ ਆਇਆ ਸੀ, ਜਿਹਦੇ ਵਿੱਚੋਂ ਲਗਭਗ 42 ਕਰੋੜ ਰੁਪਇਆ ਸਾਡੇ ਪੋਲੀਟੀਸ਼ੀਅਨਾਂ ਨੇ ਔਰ ਅਫਸਰਾਨ ਨੇ ਮਿਲ ਜੁਲ ਕੇ ਉਹਨਾਂ ਲੋਕਾਂ ਨੂੰ ਦੇ ਦਿੱਤਾ, ਜਦਕਿ ਇਹ ਪੈਸਾ ਜਿਹੜਾ ਆਇਆ ਸੀ ਉਹ ਗਰੀਬ ਲੋਕਾਂ ਲਈ ਆਇਆ ਸੀ, SC BC ਲੋਕਾਂ ਲਈ ਆਇਆ ਸੀ, ਉਹਨਾਂ ਲਈ ਆਇਆ ਸੀਗਾ ਜਿਨ੍ਹਾਂ ਦੇ ਮਕਾਨ ਕੱਚੇ ਹੈ, ਜਿਨ੍ਹਾਂ ਕੋਲ ਮਕਾਨ ਰਿਪੇਅਰ ਕਰਵਾਉਣ ਤੱਕ ਲਈ ਪੈਸੇ ਨਹੀਂ ਹੈ। ਲੇਕਿਨ ਆ ਮੇਰੇ ਹੱਥ ਵਿੱਚ ਤੁਸੀਂ ਆ ਲਿਸਟਾਂ ਦੇਖ ਸਕਦੇ ਹੋ, ਆ ਕਾਗਜ਼ ਦੇਖ ਸਕਦੇ ਹੋ। ਮੈਂ ਨਾਰਥ ਹਲਕੇ ਦਾ ਰਹਿਣ ਵਾਲਾ ਹਾਂ ਦੋਸਤੋ, ਔਰ ਮੇਰੇ ਹੱਥ ਵਿੱਚ ਇਹ ਨਾਰਥ ਹਲਕੇ ਦੀਆਂ ਉਹ ਲਿਸਟਾਂ ਵਾ ਵਾਰਡ ਵਾਈਜ਼, ਚੁਰਿੰਦਾ 2, 4, 5 ਸ਼ਾਇਦ ਜ਼ਰੂਰਤਮੰਦਾਂ ਤੱਕ ਚੈੱਕ ਪਹੁੰਚੇ ਹੋਣਗੇ। ਲੇਕਿਨ ਇੱਕ ਵਾਰਡ ਦੇ ਵਿੱਚ ਕਿਤੇ 124 ਬੰਦਿਆਂ ਨੂੰ, ਕਿਤੇ 56, 156 ਨੂੰ, ਕਿਤੇ 80 ਨੂੰ, ਕਿਤੇ 90 ਨੂੰ, ਕਿਤੇ 100 ਨੂੰ, ਕਿਤੇ 125 ਨੂੰ। ਅੱਜ ਨਾਰਥ ਹਲਕੇ ਦੇ ਇੱਕ ਵਾਰਡ ਦੇ ਵਿੱਚ ਸਿਰਫ ਚਹੇਤਿਆਂ ਨੂੰ 20,000 ਰੁਪਏ ਦੇ ਉਹ ਚੈੱਕ ਦੇ ਦਿੱਤੇ ਗਏ। ਮੈਂ ਨਾਰਥ ਹਲਕੇ ਦੇ ਵਿੱਚ ਰਹਿਣਾ ਔਰ ਪਿਛਲੇ ਕਾਫੀ ਸਮੇਂ ਤੋਂ ਲਗਭਗ 50% ਇਹਨਾਂ ਲਿਸਟਾਂ ਦੇ ਬੰਦਿਆਂ ਨੂੰ ਮੈਂ ਪਹਿਚਾਣਦਾ, ਮੈਂ ਜਾਣਦਾ ਵਾਂ। ਔਰ ਹੈਰਾਨੀ ਹੋਈ ਕਿ ਜੇ ਇੱਕੋ ਘਰ ਦੇ ਵਿੱਚ ਸਿਰਫ ਇੱਕ ਚੈੱਕ ਨਹੀਂ, ਜਿਹਨਾਂ ਦਾ 3 ਮੰਜ਼ਿਲਾ ਮਕਾਨ ਹੈ, ਕਰੋੜਾਂ ਦੀਆਂ ਪ੍ਰਾਪਰਟੀਆਂ, ਉਹਨਾਂ ਨੂੰ ਕੀ ਇੱਕ ਚੈੱਕ ਨਹੀਂ, ਕਈਆਂ ਨੂੰ ਇੱਕੋ ਘਰ 'ਚ 2 ਚੈੱਕ, 3 ਚੈੱਕ ਵੀ ਦਿੱਤੇ ਗਏ ਹੈ। ਔਰ ਹੈਰਾਨ ਆ ਕਿ ਜੇ ਉਹਦਾ ਨਾਮ ਵਾਰਡ ਨੰਬਰ 93 ਦੀ ਲਿਸਟ 'ਚ ਪਾਤਾ ਗਿਆ ਤਾਂ ਵਾਈਫ ਦਾ ਨਾਮ ਵਾਰਡ ਨੰਬਰ 92 ਦੀ ਲਿਸਟ 'ਚ ਪਾਤਾ ਗਿਆ ਤਾਂ ਕਿਸੇ ਦਾ ਕੰਨ ਵਿੱਚ, ਕਿਸੇ ਦਾ 79, ਕਿਸੇ ਦਾ 90, ਕਿਸੇ 'ਚ। ਔਰ ਹੈਰਾਨੀ ਵਾਲੀ ਗੱਲ ਹੈ, ਕਈਆਂ ਕੌਂਸਲਰ ਦਾ ਪਤਾ ਹੀ ਨਹੀਂ ਹੈਗਾ, ਜਿਹੜੇ ਚਹੇਤੇ ਕੌਂਸਲਰ ਸੀ ਉਹਨਾਂ ਨੂੰ ਵੀ ਦਿੱਤੇ ਗਏ। ਸੋ ਅੱਜ ਇਹ ਆਲਮ, ਇਹ ਗਰੀਬਾਂ ਦਾ ਜਿਹੜਾ ਹੱਕ ਹੈ, ਉਹ ਗਰੀਬਾਂ ਦਾ ਹੱਕ ਹੈ, ਗਰੀਬਾਂ ਦਾ ਹੱਕ ਸੀਗਾ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਮੈਂ ਜ਼ਰੂਰ ਪੁੱਛਣਾ ਚਾਹੂੰਗਾ ਸਾਡੇ ਸਿਸਟਮ ਨੂੰ, ਇਸ ਪੋਲੀਟੀਕਲ ਸਿਸਟਮ ਨੂੰ, ਕੀ ਕਸੂਰ ਸੀ ਉਹਨਾਂ ਗਰੀਬਾਂ ਦਾ ਜਿਹਨਾਂ ਲਈ ਚੈੱਕ ਆਏ ਸੀ ਉਹਨਾਂ ਤੱਕ ਪਹੁੰਚੇ ਨਹੀਂ ਹੈ, ਜਿਹਨਾਂ ਲਈ ਗ੍ਰਾਂਟਾਂ ਆਈਆਂ ਸੀਗੀਆਂ। ਔਰ ਉਹ ਲੋਕ ਜਿਨ੍ਹਾਂ ਨੂੰ ਚੈੱਕ ਦਿੱਤੇ ਗਏ, ਯਾਦ ਰੱਖਿਓ, ਤੁਹਾਨੂੰ ਇਹ ਚੈੱਕ ਦਿੱਤੇ ਨਹੀਂ ਗਏ, ਤੁਹਾਡੇ ਜ਼ਮੀਰ ਨੂੰ ਖਰੀਦਿਆ ਗਿਆ ਵਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਜ਼ਰਾ ਜਿਹਾ ਵੀ ਜ਼ਮੀਰ ਜ਼ਿੰਦਾ ਹੋਵੇ ਨਾ ਤੇ ਇਹ ਚੈੱਕ ਜਾਂ ਤਾਂ ਇਹਨਾਂ ਦੇ ਮੂੰਹ ਤੇ ਮਾਰਿਓ ਵਗਾ ਕੇ, ਨਹੀਂ ਤਾਂ ਯਾਦ ਰੱਖਿਓ ਚੈੱਕ ਵੀ ਇਹਨਾਂ ਦੇ ਆਪਣੀ ਜੇਬ ਚੋਂ ਨਹੀਂ ਆਏ। ਇਹ ਸਰਕਾਰਾਂ ਦੇ ਤੁਹਾਡੇ ਸਿਰ ਤੇ ਕਰਜ਼ ਹੈ, ਜਿਨ੍ਹਾਂ ਨੇ ਤੁਹਾਨੂੰ ਇਹ ਚੈੱਕ ਦਿੱਤੇ ਹੈ ਨਾ, ਕੀ ਉਹ ਬੰਦੇ ਨਿਰਮਾਣ ਕਰਨਗੇ? ਅੱਜ ਕਿਉਂ ਜੱਸੀਆਂ ਰੋਡ ਬਣਨ ਤੋਂ ਪਹਿਲਾਂ ਹੀ 10 ਦਿਨ ਨਹੀਂ ਹੋਏ ਟੁੱਟ ਗਈ? ਅੱਜ ਕਿਉਂ ਚੰਦਰ ਨਗਰ ਰੋਡ ਹੈ ਬੋਲਦੀ ਰੋਡ 11 ਮਹੀਨੇ ਬਾਅਦ ਨਹੀਂ ਬਣਦੀ ਪਈ? ਅੱਜ ਕਿਉਂ ਨਾਰਥ ਹਲਕੇ 'ਚ ਇੱਕ ਵੀ ਸਰਕਾਰੀ ਸਕੂਲ, ਕਾਲਜ, ਹਸਪੀਟਲ, ਕੋਈ ਪੁਲ ਨਹੀਂ ਬਣਿਆ? ਇਹੀ ਕਾਰਨ ਹੈ ਦੋਸਤ, ਇਹੀ ਕਾਰਨ ਹੈ, ਖਰੀਦਿਆ ਜਾਂਦਾ ਹੈ। ਯਾਦ ਰੱਖਿਓ, ਜੇ ਇੱਕ ਘਰ 'ਚ 20,000 ਦਾ ਚੈੱਕ ਦਿੱਤਾ ਗਿਆ ਤੇ ਜੇ 4 ਮੈਂਬਰ ਵੀ ਘਰ 'ਚ ਹੈਗੇ ਆ ਤਾਂ 5,000 ਰੁਪਏ ਕੀਮਤ ਲਗਾਈ, 5,000 ਰੁਪਇਆ। ਉਸ 5,000 ਰੁਪਏ ਦੇ ਨਾਲ ਕਰੋੜਾਂ ਰੁਪਏ ਦਾ, ਜੀ ਹਾਂ, ਕਰੋੜਾਂ ਰੁਪਏ ਦਾ ਤੁਹਾਡਾ, ਮੇਰਾ, ਸਾਡਾ ਨੁਕਸਾਨ ਹੈ। ਜਦੋਂ ਕਿਸੇ ਸੜਕ ਦੇ ਉੱਤੇ, ਜਿਹੜੀ ਸੜਕ ਬਣਨ ਤੋਂ ਪਹਿਲੇ ਟੁੱਟ ਗਈ ਹੈ, ਸਾਡੇ ਕਿਸੇ ਸੋਚ ਕੇ ਦੇਖੋ, ਸਾਡੇ ਕਿਸੇ ਆਪਣੇ ਦਾ ਐਕਸੀਡੈਂਟ ਹੋ ਗਿਆ ਔਰ ਡਾਕਟਰ ਨੇ ਕਹਿਤਾ ਕਿ 20 ਲੱਖ ਲੱਗੂਗਾ, ਫੇਰ ਚੱਟ ਲਿਓ ਨਾ ਚੱਕਾਂ ਨੂੰ। ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਐਤਕੀ ਦਿਖਾ ਦਿਓ ਜ਼ਮੀਰ ਦੀ ਤਾਕਤ ਕੀ ਹੈ, ਐਤਕੀ ਦਿਖਾ ਦਿਓ ਕਿ ਮੈਂ ਬਿਕਾਊ ਨਹੀਂ ਹੈ। ਐਤਕੀ ਵੋਟ ਉਸੇ ਸ਼ਖਸ ਨੂੰ ਪਾਈਓ ਜਿਹੜਾ ਤੁਹਾਡੀ ਕੀਮਤ ਨਾ ਲਗਾਵੇ, ਤੁਹਾਨੂੰ ਖਰੀਦੇ ਨਾ। ਸੋ ਸ਼ਰਮ ਆਉਂਦੀ ਹੈ। ਮੈਂ ਜਵਾਬ ਮੰਗਦਾ ਵਾਂ ਨਾਰਥ ਹਲਕੇ ਦੇ MLA ਸਾਹਿਬ ਤੋਂ ਕਿ MLA ਸਾਹਿਬ, ਆ ਜਿਹੜਾ ਕੰਮ ਕੀਤਾ ਹੈ ਆਪਾਂ ਚੰਗਾ ਕੀਤਾ, ਔਰ ਜਵਾਬ ਮੰਗਦਾ ਮੈਂ ਉਹਨਾਂ ਅਧਿਕਾਰੀਆਂ ਤੋਂ, ਜਵਾਬ ਮੰਗਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿ ਉਹਨਾਂ ਨੇ ਰੀਚੈਕਿੰਗ, ਕ੍ਰਾਸ ਚੈਕਿੰਗ ਕਿਉਂ ਨਹੀਂ ਕੀਤੀ, ਫਿਜ਼ੀਕਲ ਚੈਕਿੰਗ ਕਿਉਂ ਨਹੀਂ ਕੀਤੀ?
ਜਿਨ੍ਹਾਂ ਨੂੰ ਚੈੱਕ ਦਿੱਤੇ ਗਏ, ਚੈੱਕ ਵੰਡੇ ਗਏ। 3-3 ਮੰਜ਼ਿਲਾ ਮਕਾਨ ਹੈ। ਮੇਰੇ ਘਰ ਦੇ ਕੁਸਤਾੜੇ ਦੁਆੜੇ ਮੇਰੇ ਨੇੜੇ ਹੀ ਰਹਿੰਦੇ। ਮੈਂ ਕਿਹਨੂੰ ਕੀ ਕਵਾਂ? ਸ਼ਰਮ ਆਣੀ ਚਾਹੀਦੀ ਹੈ ਸਾਨੂੰ। ਅਸੀਂ ਭਗਤ ਸਿੰਘ ਚਾਹੁੰਦੇ ਆ, ਪਰ ਗੁਆਂਢੀਆਂ ਦੇ ਘਰ ਚਾਹੁੰਦੇ ਆ। ਅਸੀਂ ਜ਼ਮੀਰ ਅੱਜ ਜ਼ਮੀਰ ਆਪਣਾ ਵੇਚ ਦਿੱਤਾ ਹੋਇਆ ਵਾ। ਜੇ ਹਲੇ ਵੀ ਅੰਤਰਾਤਮਾ ਨਾਮ ਦੀ ਕੋਈ ਚੀਜ਼ ਜਿੰਦੀ ਹੋਵੇ ਨਾ, ਤਾਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਵਾਂ ਕਿ ਅਜਿਹਾ ਕੰਮ ਨਾ ਕਰੋ। ਅੱਗੇ ਯਾਦ ਰੱਖਿਓ, ਘਰ ਬੈਠੇ ਨਾ ਤੋਮਤ ਲਾਓ, ਵੋਟ ਦੇ ਕੇ ਆਵਾਜ਼ ਉਠਾਓ। ਸੋ ਇਸ ਰੋਸ ਪ੍ਰਦਰਸ਼ਨ ਕਰ ਰਹੇ ਸ਼ਖਸ ਦਾ ਇਲਜ਼ਾਮ ਹੈ ਕਿ ਇਹ ਗਰੀਬਾਂ ਦੇ ਪੈਸੇ ਅਮੀਰਾਂ 'ਚ ਵੰਡ ਦਿੱਤੇ ਗਏ। ਖੈਰ, ਇਸ ਸ਼ਖਸ ਵੱਲੋਂ ਲੁਧਿਆਣਾ ਨੌਰਥ ਦੇ ਵਿਧਾਇਕ ਅਤੇ ਅਫਸਰਾਂ ਤੇ ਜੋ ਇਲਜ਼ਾਮ ਲਗਾਏ ਗਏ ਨੇ, ਉਹਨਾਂ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਇਸ ਸ਼ਖਸ ਦੇ ਨਿੱਜੀ ਵਿਚਾਰ ਨੇ ਤੇ ਇਸ ਸ਼ਖਸ ਦੇ ਹੱਥ ਦੇ ਵਿੱਚ ਜੋ ਲਿਸਟਾਂ ਨੇ, ਇਸ ਸ਼ਖਸ ਦਾ ਕਹਿਣਾ ਹੈ ਕਿ ਇਹਨਾਂ ਲਿਸਟਾਂ ਦੇ ਮੁਤਾਬਿਕ ਉਸ ਨੂੰ ਲੱਗ ਰਿਹਾ ਹੈ ਕਿ ਇਹ ਘਪਲਾ ਹੋਇਆ। ਖੈਰ, ਇਸ ਸ਼ਖਸ ਦੇ ਨਿੱਜੀ ਵਿਚਾਰ ਨੇ ਤੇ ਇਹ ਸ਼ਖਸ ਦਾਅਵੇ ਕਰ ਰਿਹਾ ਹੈ ਕਿ ਗਰੀਬਾਂ ਦਾ ਪੈਸਾ ਗਰੀਬਾਂ ਤੱਕ ਨਹੀਂ ਪਹੁੰਚਿਆ, ਪਰ ਇਸ ਵੱਲੋਂ ਲਾਏ ਗਏ ਇਲਜ਼ਾਮਾਂ ਦਾ ਅਸਲ ਸੱਚ ਕੀ ਹੈ, ਉਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਲੁਧਿਆਣਾ ਤੋਂ ਕੁੰਵਰਜੋਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ।